Good morning, 8th class. I hope you all are well and fit and fine at your home. Class, ਤੁਹਾਡੇ ਹਾਫ ਈਅਰਲੀ ਐਗਜ਼ਾਮ ਫਿਨਿਸ਼ ਹੋ ਚੁੱਕੇ ਹਨ। ਸੋ ਬੇਟਾ ਹੁਣ ਅਸੀਂ ਸਟਾਰਟ ਕਰਾਂਗੇ ਤੁਹਾਡੇ ਸੈਕਿੰਡ ਟਰਮ ਦਾ ਚੈਪਟਰ ਗੱਗੂ। ਬੱਚੇ, ਇਸ ਚੈਪਟਰ ਦੇ ਵਿੱਚ ਜਾਨਵਰਾਂ ਦੇ ਪ੍ਰਤੀ ਮੋਹ ਪਿਆਰ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਆਓ ਅਸੀਂ ਚੈਪਟਰ ਦੀ ਰੀਡ ਕਰੀਏ ਅਤੇ ਜਾਣੀਏ ਇਸ ਚੈਪਟਰ ਦੇ ਵਿੱਚ ਕੀ ਹੈ। ਹਾਂਜੀ, ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਦੋਲੀ 'ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ। ਮਾਂ ਨੇ ਝਟਪਟ ਪਤੀਲੀ ਦੇ ਗਲਾਸ ਵਿੱਚ ਚਾਹ ਪਾ ਕੇ ਫੜਾਉਂਦਿਆਂ ਕਿਹਾ, ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬਾਹੁਲੀ ਖਾਣ ਨੂੰ ਦੇਵਾਂਗੀ। ਬਾਹੁਲੀ? ਮੈਂ ਹੈਰਾਨ ਹੋ ਕੇ ਪੁੱਛਿਆ। ਹਾਂ, ਬਾਹੁਲੀ। ਅੱਜ ਦੁਪਹਿਰੇ ਆਪਣੀ ਮੀਣੀ ਮੱਝ ਸੂ ਪਈ ਹੈ। ਬਹੁਤ ਸੋਹਣਾ 5 ਕਲਿਆਣਾ ਕੱਟਾ ਹੈ। ਹੁਣ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿੱਚ ਹੀ ਛੱਡ ਕੇ ਮੀਣੀ ਮੱਝ ਦੀ ਖੁਰਲੀ ਵੱਲ ਨੂੰ ਭੱਜ ਗਿਆ। ਖੁਰਲੀ ਦੇ ਮੁੱਢ 'ਚ ਮੱਝ ਮੋਹਰੇ ਬਹੁਤ ਸੋਹਣਾ ਸ਼ਾਹ ਕਾਲਾ ਕੱਟਾ ਪਿਆ ਸੀ। ਪਿਆਰਾ ਪਿਆਰਾ ਤੇ ਭੋਲਾ ਜਿਹਾ ਉਸ ਦਾ ਬੱਲਾ ਮੱਥਾ ਮੈਨੂੰ ਗੋਰਾ ਗੋਰਾ ਲੱਗਿਆ। ਚਾਰੇ ਖੁਰ ਹੇਠੋਂ ਇੱਕ ਇੱਕ ਗਿੱਠ ਚਿੱਟੇ ਜਿਵੇਂ ਨੂੰਹਾਂ ਨੂੰ ਮੀਣ ਕੇ ਚਿੱਟਾ ਰੰਗ ਕੀਤਾ ਹੋਵੇ। ਪੂੰਛ ਦਾ ਪਿਛਲਾ ਹਿੱਸਾ ਥੋੜ੍ਹਾ ਜਿਹਾ ਬੱਗਾ ਸੀ। ਮੱਝ ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵੀ ਵਿਖਾ ਰਹੀ ਸੀ। ਉਸਨੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਜੀਭ ਨਾਲ ਸਾਫ਼ ਵੀ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ਪੁੱਛ ਕਰਕੇ ਉਹਦੇ ਸਾਰੇ ਪਿੰਡੇ 'ਤੇ ਜੀਭ ਫੇਰ ਦਿੰਦੀ। ਪਹਿਲੀ ਨਜ਼ਰੇ ਹੀ ਮੈਨੂੰ ਕੱਟੇ ਨਾਲ ਪਿਆਰ ਜਿਹਾ ਹੋ ਗਿਆ। ਐਨੇ ਨੂੰ ਮਾਂ ਆ ਗਈ। ਮੈਨੂੰ ਡੰਡਾ ਫੜਾ ਕੇ ਮੱਝ ਦੇ ਨੇੜੇ ਬਿਠਾ ਕੇ ਹਦਾਇਤ ਦਿੱਤੀ, ਇੱਥੇ ਬੈਠ ਕੇ ਧਿਆਨ ਰੱਖੀ, ਕਾਂ ਕੁੱਤਾ ਕੱਟੇ ਦੇ ਖੁਰ ਨੂੰ ਮੂੰਹ ਨਾ ਮਾਰ ਜਾਵੇ। ਕਟਾੜੂਆਂ ਦੇ ਖੁਰ ਕੂਲੇ ਤੇ ਕੱਚੇ ਹੁੰਦੇ ਨੇ। ਜਾਨਵਰਾਂ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਕਿੱਕਰ 'ਤੇ ਬੈਠੇ ਕਾਂ ਨੇ 2-3 ਵਾਰੀ ਮੈਨੂੰ ਝਕਾਨੀ ਦੇ ਕੇ ਠੂੰਗਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਰ ਵਾਰੀ ਉਸ ਨੂੰ ਡੰਡਾ ਹਿਲਾ ਕੇ ਉਡਾ ਦਿੰਦਾ। ਨਿੱਕਾ ਜਿਹਾ ਕੱਟਾ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਦਾ, ਪਰ ਹਰ ਵਾਰੀ ਧੜਮ ਕਰਕੇ ਉੱਤੇ ਹੀ ਡਿੱਗ ਪੈਂਦਾ। ਮੱਝ ਭੱਜ ਕੇ ਉੱਧਰ ਜਾਂਦੀ, ਉਸ ਨੂੰ ਸਗੋਂ ਹੋਰ ਜ਼ੋਰ ਨਾਲ ਚੱਟਣ ਲੱਗ ਜਾਂਦੀ। ਮਾਂ, ਆਪਾਂ ਕੱਟੇ ਦਾ ਸੋਹਣਾ ਜਿਹਾ ਨਾਂ ਰੱਖੀਏ। ਮੈਨੂੰ ਇਹ ਭੋਲੂ ਜਿਹਾ ਬਹੁਤ ਚੰਗਾ ਲੱਗਦਾ ਹੈ। ਆਪਾਂ ਇਸ ਨੂੰ ਗੱਗੂ ਕਿਹਾ ਕਰਾਂਗੇ। ਤੈਨੂੰ ਤਾਂ ਹਰ ਵੇਲੇ ਕਾਵਾਂ ਕੁੱਤਿਆਂ ਦੇ ਨਾਂ ਸੁੱਝਦੇ ਰਹਿੰਦੇ ਆ, ਮਾਂ ਨੇ ਕਿਹਾ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਵੇਂ ਘਰ ਵਿੱਚ ਸਾਰੇ ਹੀ ਉਸ ਨੂੰ ਗੱਗੂ ਕਹਿਣ ਲੱਗ ਪਏ। ਆਥਣ ਸਵੇਰ ਜਦੋਂ ਧਾਰ ਕੱਢਣ ਦੀ ਗੱਲ ਹੁੰਦੀ ਤਾਂ ਮਾਂ ਕਹਿੰਦੀ, ਗੱਗੂ ਦੀ ਮਾਂ ਦੀ ਧਾਰ ਕੱਢ ਲਈ ਆ ਕੇ ਨਹੀਂ। ਜਿਵੇਂ ਘਰਾਂ ਵਿੱਚ ਆਮ ਹੁੰਦਾ ਹੈ, ਛੋਟੇ ਹੁੰਦਿਆਂ ਤੋਂ ਵੱਧ ਪਿਆਰ ਮਿਲਣਾ ਤੇ ਫਿਰ ਇਹ ਹੌਲੀ ਹੌਲੀ ਘਟਦਾ ਜਾਂਦਾ ਹੈ। ਗੱਗੂ ਨਾਲ ਵੀ ਇਸੇ ਤਰ੍ਹਾਂ ਹੋਇਆ। ਜਿਵੇਂ ਜਿਵੇਂ ਗੱਗੂ ਵੱਡਾ ਹੁੰਦਾ ਰਿਹਾ, ਘਰਦਿਆਂ ਦੀ ਉਸ ਨਾਲ ਸਾਂਝ ਘਟਦੀ ਗਈ। ਉਸ ਨਾਲ ਮੇਰੀ ਸਾਂਝ ਦਿਨੋਂ ਦਿਨ ਵੱਧਦੀ ਗਈ। ਹੁਣ ਗੱਗੂ ਮੇਰੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਮੈਂ ਜਦੋਂ ਵੀ ਉਸਦੇ ਸਿਰ 'ਤੇ ਮੱਥੇ 'ਤੇ ਹੱਥ ਫੇਰਦਾ, ਉਹ ਮੇਰਾ ਹੱਥ ਚੱਟਣ ਲੱਗ ਪੈਂਦਾ। ਮੈਂ ਜਦੋਂ ਵੀ ਉਸਦੇ ਨੇੜੇ ਲੰਘਦਾ, ਗੱਗੂ ਮੈਨੂੰ ਵੇਖ ਕੇ ਜ਼ਰੂਰ ਅੜਿੰਗਦਾ। ਇੱਕ ਦਿਨ ਗੱਗੂ ਦੇ ਪਿੰਡੇ 'ਤੇ ਹੱਥ ਫੇਰਨ ਸਮੇਂ ਮੈਨੂੰ ਜਾਪਿਆ ਕਿ ਉਹ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਗਿਆ ਹੈ। ਜਦੋਂ ਮਾਂ ਨਾਲ ਇਹ ਗੱਲ ਕੀਤੀ ਤਾਂ ਉਹਨੇ ਕਿਹਾ, ਗੱਗੂ ਹੁਣ ਥੋੜ੍ਹਾ ਵੱਡਾ ਹੋ ਗਿਆ ਹੈ। ਪਹਿਲਾਂ ਉਸ ਨੂੰ 2 ਥਣ ਚੁਗਾਉਂਦੇ ਸੀ, ਫਿਰ ਇੱਕ। ਬਸ ਹੁਣ ਗੱਗੂ ਦਾ ਥਣ ਨੂੰ ਮੂੰਹ ਲਵਾ ਕੇ ਹੀ ਉਹ ਜਦੋਂ ਮੱਝ
ਪਸਮ ਪਵੇ। ਗੰਗੂ ਨੂੰ ਪਰਾਂ ਹਟਾ ਕੇ ਦੂਜੇ ਕਿੱਲੇ ਨਾਲ ਬੰਨ੍ਹ ਦਿੰਦੇ ਹਾਂ। ਪਰ ਮਾਂ ਮੀਣੀ ਮੱਝ ਤਾਂ ਗੰਗੂ ਦੀ ਆਪਣੀ ਮਾਂ ਹੈ। ਆਪਾਂ ਗੰਗੂ ਨੂੰ ਉਸਦੀ ਮਾਂ ਦਾ ਹੀ ਦੁੱਧ ਕਿਉਂ ਨਹੀਂ ਪੀਣ ਦਿੰਦੇ? ਮੈਂ ਪੁੱਛਿਆ। ਕਈ ਵਾਰ ਨੇਰੇ ਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੰਗੂ ਨੂੰ ਕਿੱਲੇ ਤੋਂ ਖੋਲ੍ਹ ਦਿੰਦਾ। ਗੰਗੂ ਝੱਟ ਆਪਣੀ ਮਾਂ ਦਾ ਹੀ ਦੁੱਧ ਗਲਪ ਗਲਪ ਕਰਕੇ ਚੁੰਘ ਜਾਂਦਾ। ਘਰ 'ਚ ਕਦੇ ਵੀ ਮੇਰੀ ਇਸ ਸ਼ਰਾਰਤ ਦਾ ਪਤਾ ਨਾ ਲੱਗਿਆ। ਗੱਗੂ ਹੋਰ ਵੱਡਾ ਹੋ ਗਿਆ। ਮੈਂ ਜਦੋਂ ਹੱਥ ਵਿੱਚ ਰੋਟੀ ਫੜੀ ਦਿਖਾ ਕੇ ਗੱਗੂ ਨੂੰ ਆਵਾਜ਼ ਮਾਰਦਾ ਤਾਂ ਉਹ ਭੱਜਾ ਆਉਂਦਾ। ਮੇਰੇ ਹੱਥੋਂ ਰੋਟੀ ਖਾ ਕੇ ਮਗਰੋਂ ਮੇਰਾ ਹੱਥ ਚੱਟਣ ਲੱਗ ਪੈਂਦਾ। ਕਈ ਵਾਰ ਲਾਡ ਨਾਲ ਮੇਰੇ ਪੋਲੀਆਂ ਠੁੱਡਾ ਵੀ ਮਾਰਦਾ। ਜਦੋਂ ਵੀ ਗੁੜ ਦੀਆਂ ਰਿਓੜੀਆਂ ਗੱਗੂ ਦੇ ਮੂੰਹ 'ਚ ਪਾਉਂਦਾ, ਉਹ ਗੁੜ ਖਾ ਕੇ ਮੇਰੀਆਂ ਉਂਗਲਾਂ ਨੂੰ ਚੱਟਣ ਲੱਗ ਪੈਂਦਾ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਹੋਵੇ। ਕਈ ਵਾਰ ਸ਼ਰਾਰਤ ਨਾਲ ਹੱਥ 'ਚ ਰੋਟੀ ਫੜ ਕੇ ਮੈਂ ਗੰਗੂ ਕੋਲ ਹੱਥ ਉੱਚਾ ਕਰਕੇ ਖੜਾ ਹੋ ਜਾਂਦਾ। ਉਸ ਦਾ ਰੋਟੀ ਤੱਕ ਮੂੰਹ ਨਾ ਆਪੜਦਾ। ਉਹ ਧੌਣ ਉੱਚੀ ਕਰਕੇ ਰੋਟੀ ਖੋਹਣ ਦੀ ਕੋਸ਼ਿਸ਼ ਕਰਦਾ। ਜੇ ਫਿਰ ਵੀ ਮੂੰਹ ਨਾ ਆਪੜਦਾ ਤਾਂ ਮੈਨੂੰ ਪੋਡੇ ਲਾਉਣ ਦੀ ਕੋਸ਼ਿਸ਼ ਕਰਦਾ। ਰੋਟੀ ਖਵਾ ਕੇ ਮੈਂ ਇਸ਼ਾਰਿਆਂ ਨਾਲ ਕਹਿੰਦਾ, ਗੱਗੂ ਚੱਲ ਆਪਣੇ ਕਿੱਲੇ 'ਤੇ ਚਲਿਆ ਜਾ। ਤਾਂ ਗੱਗੂ ਇਸ਼ਾਰਾ ਸਮਝ ਕੇ ਝੱਟ ਵਾਪਸ ਚਲੇ ਜਾਂਦਾ। ਕਦੇ ਕਦੇ ਮੈਂ ਖਾਣ ਵਾਲੀ ਕੋਈ ਚੀਜ਼ ਗੱਗੂ ਨੂੰ ਦਿਖਾ ਕੇ ਉਸਦੇ ਅੱਗੇ ਪਿੱਛੇ ਭੱਜਦਾ। ਗੱਗੂ ਪਿੱਛੇ ਪਿੱਛੇ ਦੌੜਦਾ। ਅਸੀਂ ਘਰ ਵਿੱਚ ਕਈ ਗੇੜੇ ਕੱਢਦੇ। ਮਾਂ ਅੱਕ ਕੇ ਕਹਿੰਦੀ, ਬਲੋਹਾ ਲਾ, ਕੱਟੇ ਤੋਂ ਸਾਰਾ ਵਿਹੜਾ ਪੁਟਾ ਦਿੱਤਾ। ਮੈਂ ਤਾਂ ਪਹਿਲਾਂ ਹੀ ਮਸਾਂ ਸੁੰਬਰਿਆ ਸੁਆਰਿਆ ਸੀ। ਮੈਂ ਸਕੂਲੋਂ ਆ ਕੇ ਕਦੇ ਕਦੇ ਮੱਝਾਂ ਚਾਰਨ ਜਾਂਦਾ। ਗੱਗੂ ਵੀ ਨਾਲ ਹੁੰਦਾ। ਬਾਕੀ ਪਸ਼ੂਆਂ ਨਾਲੋਂ ਅੱਡ ਕਰਕੇ ਗੱਗੂ ਨੂੰ ਉੱਧਰ ਚਰਨ ਲਈ ਛੱਡ ਦਿੰਦਾ ਜਿੱਧਰ ਵਧੀਆ ਲਵਾ ਹਰਾ ਘਾਹ ਹੁੰਦਾ। ਘਰ ਦੇ ਅੰਦਰ ਬਾਹਰ ਕੰਧਾਂ 'ਤੇ ਕੋਲੇ ਨਾਲ ਮੈਂ ਗੱਗੂ ਲਿਖ ਦਿੱਤਾ ਸੀ। ਮਾਂ ਨੇ ਕਈ ਵਾਰੀ ਟੋਕਿਆ, ਕਿਉਂ ਸਾਰੀਆਂ ਕੰਧਾਂ ਕਾਲੀਆਂ ਕਰਦਾ ਹੈ? ਮਾਸਟਰ ਜੀ ਨੇ ਇੱਕ ਵਾਰੀ ਮੇਰੀ ਕਾਪੀ 'ਤੇ ਗੱਗੂ ਲਿਖਿਆ ਪੜ੍ਹ ਕੇ ਪੁੱਛਿਆ, ਇਹ ਕਿਹਦਾ ਨਾਂ ਹੈ? ਮੈਂ ਕਿਹਾ, ਮਾਸਟਰ ਜੀ, ਮੇਰੇ ਆੜੀ ਦਾ ਨਾਂ ਹੈ। ਭਾਵੇਂ ਗੱਗੂ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਸੀ, ਪਰ ਉਸ ਦੀਆਂ ਮੇਰੇ ਨਾਲ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਤੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ ਸੀ। ਜਦੋਂ ਵੀ ਸਕੂਲੋਂ ਆਉਂਦਾ ਮੈਂ ਬੂਹੇ 'ਚ ਦੇਖ ਕੇ ਗੱਗੂ ਇੱਕ ਵਾਰੀ ਜ਼ਰੂਰ ਅੜਿੰਗਦਾ। ਮੈਨੂੰ ਵੀ ਪਤਾ ਲੱਗ ਜਾਂਦਾ ਕਿ ਗੱਗੂ ਨੂੰ ਮੇਰੇ ਆਏ ਬਾਰੇ ਪਤਾ ਲੱਗ ਗਿਆ ਹੈ। ਮੈਂ ਬਸਤਾ ਰੱਖ ਕੇ ਉਸਦੇ ਪਿੰਡੇ ਤੇ ਸਿਰ 'ਤੇ ਹੱਥ ਫੇਰਦਾ। ਨਿੱਕੇ ਨਿੱਕੇ ਸਿੰਗਾਂ ਹੇਠਾਂ ਪੋਲੀ ਖੁਰਕ ਕਰਦਾ। ਜਦੋਂ ਤੱਕ ਗੱਗੂ ਮੇਰੇ ਨਾਲ ਲਾਡੀਆਂ ਵਾਡੀਆਂ ਨਾ ਕਰ ਲੈਂਦਾ ਮੈਨੂੰ ਟੇਕ ਨਾ ਆਉਂਦੀ। ਵੱਡਾ ਹੋਣ ਕਰਕੇ ਗੱਗੂ ਹੁਣ ਦੁੱਧ ਚੁੰਘਣਾ ਛੱਡ ਚੁੱਕਾ ਸੀ। ਸ਼ਾਇਦ ਘਰਦਿਆਂ ਨੇ ਛੁਡਾ ਦਿੱਤਾ ਸੀ। ਹੁਣ ਤਾਂ ਉਹ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ ਸੀ। ਜਦੋਂ ਕਦੇ ਰਾਤ ਨੂੰ ਰੱਸਾ ਤੁੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਕਈ ਵਾਰ ਗੱਗੂ ਨਾਲ ਖੇਡਦਿਆਂ ਮੈਂ ਉਸਨੂੰ ਜੱਫੀ ਪਾ ਲੈਂਦਾ। ਮਾਂ ਝਿੜਕ ਕੇ ਕਹਿੰਦੀ, ਕਿਉਂ ਕੱਟੇ ਨੂੰ ਚੁੰਮੀਆਂ ਚਾਟੀਆਂ ਜਾਂਦਾ ਹੈ? ਮੂੰਹ 'ਚ ਗੰਦੇ ਵਾਲ ਪੈ ਜਾਣਗੇ। ਮੈਂ ਮਾਂ ਨੂੰ ਕਹਿੰਦਾ, ਗੱਗੂ ਵੀ ਤਾਂ ਮੈਨੂੰ ਪਿਆਰ ਕਰਦਾ ਹੈ। ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਅੜਿੰਗਦਾ ਸੁਣਾਈ ਨਾ ਦਿੱਤਾ। ਮੈਂ ਸੋਚਿਆ ਸ਼ਾਇਦ ਇੱਧਰ ਉੱਧਰ ਹੋਵੇ। ਮੈਨੂੰ ਮੈਂ ਗੱਗੂ ਕਰਕੇ ਕਈ ਆਵਾਜ਼ਾਂ ਮਾਰੀਆਂ, ਪਰ ਗੱਗੂ ਨੇ ਕੋਈ ਉੱਤਰ ਨਾ ਦਿੱਤਾ। ਕਿੱਲੇ 'ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ। ਮੈਨੂੰ ਅਚਵੀਂ ਲੱਗ ਗਈ। ਅਚਵੀਂ ਮੀਨਸ ਬੱਚੇ ਬੇਚੈਨੀ। ਮੈਂ ਪੁੱਛਿਆ, ਗੱਗੂ ਕਿੱਥੇ ਹੈ ਮਾਂ? ਪਹਿਲਾਂ ਤਾਂ ਮਾਂ ਨੇ ਕਈ ਆਨੇ ਬਾਨੇ ਕੀਤੇ, ਫਿਰ ਮੇਰੀ ਜਿੱਦ ਕਰਨ 'ਤੇ ਦੱਸ ਦਿੱਤਾ, ਤੇਰਾ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਹੈ। ਇਹ ਸੁਣ ਕੇ ਕੰਬ ਗਿਆ। ਰੋਂਦੇ ਨੇ ਮੈਂ ਭਰੇ ਪੀਤੇ ਨੇ ਮਨ ਨਾਲ ਪੁੱਛਿਆ, ਮੇਰਾ ਗੱਗੂ ਤੁਸੀਂ ਕਿਉਂ ਵੇਚਿਆ ਹੈ? ਆਪਾਂ ਨੂੰ ਪੈਸੇ ਦੀ ਲੋੜ ਸੀ।
ਮਾਂ ਨੇ ਕਿਹਾ। ਇਸ ਘਟਨਾ ਤੋਂ 2-3 ਦਿਨ ਮਗਰੋਂ ਤੱਕ ਮੈਂ ਰੋਟੀ ਨਾ ਖਾਧੀ। ਮਾਂ ਨੇ ਤਰਲੇ ਮਿੰਨਤਾਂ ਨਾਲ ਪਿਆਰ ਕਰਕੇ ਮੈਨੂੰ ਰੋਟੀ ਖਵਾਈ। ਮਾਂ ਨੇ ਲਾਰਾ ਵੀ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ। ਮੈਂ ਬਾਪੂ ਨੂੰ ਕਿਹਾ, ਆਪਾਂ ਆਪਣੇ ਗੱਗੂ ਨੂੰ ਵਾਪਸ ਲੈ ਆਈਏ, ਵੇਚੀ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ। ਬਾਪੂ ਦਾ ਇੱਕ ਟੁਕ ਉੱਤਰ ਸੀ। ਕਈ ਦਿਨ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨੇ ਦੱਸਿਆ, ਤੇਰਾ ਗੱਗੂ ਤੇਰੇ ਬਾਪ ਨੇ ਆਪਣੇ ਹੀ ਪਿੰਡ ਦੇ ਦਲੀਪੇ ਨੂੰ ਵੇਚਿਆ ਹੈ। ਮੈਂ ਆਪਣੀ ਅੱਖੀਂ ਵੇਖਿਆ ਸੀ ਦਲੀਪਾ ਗੱਗੂ ਨੂੰ ਕਿੱਕਰ ਨਾਲ ਨੁੜ ਕੇ ਨੱਥ ਮਾਰ ਰਿਹਾ ਸੀ। ਦਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ 'ਚੋਂ ਲੰਘਾਇਆ, ਫਿਰ ਮੋਰੀ ਵਿੱਚ ਦੀ ਰੱਸੀ ਦੀ ਨੱਥ ਪਾ ਦਿੱਤੀ। ਪਾਲੇ ਨੇ ਦੱਸਿਆ, ਜਦੋਂ ਦਲੀਪੇ ਨੇ ਗੱਗੂ ਦੇ ਨੱਕ 'ਚ ਮੋਰੀ ਕੀਤੀ ਤਾਂ ਗੱਗੂ ਬਹੁਤ ਤੜਫਿਆ, ਬਹੁਤ ਅੜਿੰਗਿਆ, ਜਿਵੇਂ ਤੈਨੂੰ ਆਵਾਜ਼ਾਂ ਮਾਰ ਰਿਹਾ ਹੋਵੇ। ਪਾਲੀ ਦੀ ਗੱਲ ਸੁਣਦੇ ਸਾਰ ਮੈਂ ਨੰਗੀ ਪੈਰੀ ਦਲੀਪੇ ਦੇ ਘਰ ਵੱਲ ਛੂਟ ਵੱਟ ਲਈ। ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚਿੜੀ ਪੂੰਛਾਂ ਛੁਡਾ ਕੇ ਭੱਜ ਗਿਆ। ਮੈਂ ਦਲੀਪੇ ਦੇ ਪਸ਼ੂਆਂ ਵਾਲੇ ਵਾੜੇ 'ਚ ਪਹੁੰਚ ਗਿਆ। ਗੱਗੂ ਇੱਕ ਨੁੱਕਰ 'ਚ ਗੋਹੇ ਨਾਲ ਲਿਬੜਿਆ ਉਦਾਸ ਖੜਾ ਸੀ। ਮੈਂ ਭੱਜ ਕੇ ਗੱਗੂ ਦੇ ਗਲ ਚੁੰਬੜ ਗਿਆ। ਗੱਗੂ ਦਾ ਨੱਕ ਦੀ ਪੀੜ ਨਾਲ ਬੁਰਾ ਹਾਲ ਸੀ। ਗੱਗੂ ਨੇ ਮੈਨੂੰ ਦੇਖ ਕੇ ਅੜਿੰਗਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਆਵਾਜ਼ ਸੰਘ ਵਿੱਚ ਹੀ ਅਟਕ ਕੇ ਰਹਿ ਗਈ। ਉਸਨੇ ਸਿਰਫ ਮੁਰਦਾ ਆਵਾਜ਼ ਵਿੱਚ ਹੀ ਮੇਰੀ ਹਾਕ ਦਾ ਹੰਗਾਰਾ ਭਰਿਆ। ਗੱਗੂ ਦੇਖਣ ਨੂੰ ਵੀ ਬਹੁਤ ਮਾੜਚੂ ਜਿਹਾ ਲੱਗ ਰਿਹਾ ਸੀ। ਮੈਂ ਬਹੁਤ ਦੇਰ ਤੱਕ ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ। ਇਹਨੂੰ ਦੇਖ ਕੇ ਮਾਂ ਮੇਰੇ ਪਿੱਛੇ ਆ ਖੜੀ ਸੀ। ਕੋਈ ਨਾ ਪੁੱਤ, ਆਪਾਂ ਥੋੜ੍ਹੇ ਦਿਨ ਤੱਕ ਗੱਗੂ ਨੂੰ ਆਪਣੇ ਘਰ ਲੈ ਚਲਾਂਗੇ, ਮਾਂ ਨੇ ਕਿਹਾ। ਨਹੀਂ, ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ। ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ। ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ ਹੈ? ਗੱਗੂ ਨੇ ਮੇਰਾ ਹੱਥ ਚੱਟਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਜ਼ੁਬਾਨ ਬਾਹਰ ਨਾ ਨਿਕਲ ਸਕੀ। ਮਾਂ ਮੈਨੂੰ ਮਿੱਠੀਆਂ ਗੱਲਾਂ 'ਚ ਲਾ ਕੇ ਵਾਪਸ ਲੈ ਆਈ। ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਦੂਰੋਂ ਆਉਂਦੀ ਦਲੀਪੇ ਦੀ ਰੇਹੜੀ ਸਣੇ ਸਿਆਣ ਲਈ ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇਹੜੀ ਉੱਤੇ ਪੱਠੇ ਲੱਦੇ ਸਨ। ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸਦੇ ਪਿੰਡੇ 'ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਉਭਰੀਆਂ ਹੋਈਆਂ ਸਨ। ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ ਅੜਿੰਗਿਆ ਤੇ ਰੁਕ ਗਿਆ। ਮੈਂ ਭੱਜ ਕੇ ਦਲੀਪੇ ਦੇ ਹੱਥ 'ਚੋਂ ਸੋਟੀ ਖੋਹ ਲਈ ਤੇ ਕਿਹਾ, ਤੂੰ ਮੇਰੇ ਗੱਗੂ ਨੂੰ ਕਿਉਂ ਮਾਰ ਰਿਹਾ ਹੈ? ਤੂੰ ਉਸਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ? ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਮੈਂ ਵੱਡਾ ਹੋ ਕੇ ਤੈਨੂੰ ਪੈਸੇ ਦੇ ਦੇਵਾਂਗਾ, ਤੂੰ ਮੇਰਾ ਗੱਗੂ ਮੈਨੂੰ ਮੋੜ ਦੇ, ਮੈਂ ਦਲੀਪੇ ਦੀ ਬਾਂਹ ਨੂੰ ਹੱਥ ਨਾਲ ਹਿਲਾਉਂਦਿਆਂ ਕਿਹਾ। ਦਲੀਪੇ ਨੇ ਫਿਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ, ਸਗੋਂ ਉਹ ਮੇਰੇ ਵੱਲ ਮੁੱਤਰ ਝਾਕ ਰਿਹਾ ਸੀ। ਦਲੀਪੇ ਨੇ ਮੇਰੇ ਹੱਥੋਂ ਸੋਟੀ ਖੋਹ ਕੇ 1-2 ਸੋਟੀਆਂ ਗੱਗੂ ਦੇ ਮਾਰ ਕੇ ਉਸ ਨੂੰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਗੱਗੂ ਨੇ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੈਂ ਦਲੀਪੇ ਨੂੰ ਕਿਹਾ, ਗੱਗੂ ਮੇਰਾ ਆੜੀ ਹੈ, ਇਹ ਮੇਰੇ ਹੀ ਆਖੇ ਲੱਗਦਾ ਹੈ, ਤੂੰ ਇਸ ਨੂੰ ਮਾਰ ਨਾ। ਪਸ਼ੂਆਂ ਨਾਲ ਕਾਹੀ ਆੜੀ? ਤੂੰ ਇਹਨੂੰ ਕਿੱਥੇ ਪੜ੍ਹਾ ਲਿਆ ਬਈ? ਇਹ ਤੇਰੇ ਆਖੇ ਲੱਗ ਜੂ, ਦਲੀਪਾ ਬੋਲਿਆ। ਦਲੀਪੇ ਨੇ ਫਿਰ ਮੂੰਹ ਨਾਲ ਟਿਚ ਕਰਕੇ ਅਤੇ ਗੱਗੂ ਦੀ ਪਿੱਠ 'ਤੇ ਸੋਟੀ ਲਾ ਕੇ ਉਸ ਨੂੰ ਤੋੜਨਾ ਚਾਹਿਆ, ਪਰ ਗੱਗੂ ਦਾ ਸਾਰਾ ਧਿਆਨ ਮੇਰੇ ਵੱਲ ਸੀ। ਇਹ ਤੇਰੇ ਆਖੇ ਨਹੀਂ ਲੱਗੇਗਾ। ਜੇ ਮੈਂ ਕਹਾਂ ਗੱਗੂ ਹੁਣੇ ਮੇਰੇ ਆਖੇ ਲੱਗ ਕੇ ਤੁਰ ਪਵੇਗਾ। ਮੈਂ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਮੈਂ ਆਪਣੇ ਬਸਤੇ 'ਚ ਰੋਟੀ ਕੱਢੀ ਤੇ ਮੂੰਹ ਵਿੱਚ ਪਾ ਦਿੱਤੀ। ਉਸਨੇ ਰੋਟੀ ਖਾ ਕੇ ਮੇਰਾ ਹੱਥ ਚੱਟਿਆ। ਮੈਂ ਗੱਗੂ ਦੇ ਪਿੰਡੇ 'ਤੇ ਹੱਥ ਫੇਰਿਆ। ਉਸ ਦੇ ਕੰਨ ਕੋਲ ਮੂੰਹ ਕਰਕੇ ਕਿਹਾ, ਚੱਲ ਗੱਗੂ, ਆਪਣੇ ਘਰ ਚਲੀਏ, ਤੇ ਨਾਲ ਹੀ ਹੱਥ ਨਾਲ
ਜਾਣ ਲਈ ਇਸ਼ਾਰਾ ਕੀਤਾ। ਗੱਗੂ ਝੱਟ-ਪੱਟ ਸਣੇ ਰੇਹੜੀ ਸਣੇ ਬਹੁਤ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇਹੜੀ ਤੋਂ ਉਤਰ ਗਿਆ। ਮੈਂ ਤੇ ਗੱਗੂ ਘਰ ਜਾ ਰਹੇ ਸਾਂ। ਦਲੀਪਾ ਉਨੀ ਦੇਰ ਤੱਕ ਖੜਾ ਸਾਡੇ ਵੱਲ ਵੇਖਦਾ ਰਿਹਾ ਜਿੰਨੀ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਵਾਪਸ ਮੋੜ ਨਹੀਂ ਆਏ। ਸੋ ਬੱਚੇ, ਇਹ ਤੁਹਾਡਾ ਜਿਹੜਾ ਫੁੱਲ ਚੈਪਟਰ ਹੈ, ਠੀਕ ਹੈ, ਇਸ ਦੀ ਬੈਕ ਐਕਸਰਸਾਈਜ਼ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਤੁਸੀਂ ਅੱਜ ਦੇ ਲੈਕਚਰ ਦੇ ਵਿੱਚ ਬੱਚੇ ਇਸ ਦੇ ਸ਼ਬਦ ਅਰਥ ਕਰਕੇ ਮੈਨੂੰ ਸੈਂਡ ਕਰਨੇ ਨੇ। ਥੈਂਕ ਯੂ, ਹੈਵ ਅ ਨਾਈਸ ਡੇ।